एवरीवन डिस्कस करांगे जी अज आपां पंजाब PCS दी मीनस आंसर राइटिंग डे 4th जिदा तुहानूं पता है कि ये 4th डे है 3 क्वेश्चन या 3 डेज आपां ने ऑलरेडी डिस्कस है जिहड़े कर लए हैगे ने अज 4th डे दे विच आपां ने 4th क्वेश्चन है जिहड़ा डिस्कस करना हैगा। ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਜਿਹੜੇ ਇਹ ਸਾਰੇ ਕੁਐਸਚਨ ਨੇ ਇਹ ਪੰਜਾਬ PCS ਮੇਨਸ ਦੇ ਪੇਪਰ ਦੇ ਵਿੱਚ ਆਏ ਹੋਏ ਕੁਐਸਚਨ ਨੇ ਉਹਨਾਂ ਨੂੰ ਹੀ ਆਪਾਂ 1 ਬਾਈ 1 ਡਿਸਕਸ ਹੈ ਜਿਹੜਾ ਕਰ ਰਹੇ ਹੈਗੇ ਆ। ਤਾਂ ਸਟਾਰਟ ਕਰਦੇ ਹੈਗੇ ਆ ਆਪਣਾ ਅੱਜ ਦਾ ਜਿਹੜਾ ਕੁਐਸਚਨ ਹੈਗਾ ਏ। ਤਾਂ ਜਿਹੜਾ ਅੱਜ ਦਾ ਕੁਐਸਚਨ ਹੈ ਥੋੜਾ ਜਿਹਾ ਪਹਿਲਾਂ ਜਿੱਦਾਂ ਹੀ ਆਪਾਂ ਨੇ ਸਟਾਰਟਿੰਗ ਦੇ ਵਿੱਚ ਸਮਝਿਆ ਸੀਗਾ ਕਿ ਆਪਾਂ ਨੇ ਸਭ ਤੋਂ ਪਹਿਲਾਂ ਕੁਐਸਚਨ ਨੂੰ ਰੀਡ ਕਰਨਾ ਹੈਗਾ ਸਹੀ ਤਰੀਕੇ ਦੇ ਨਾਲ। ਤਾਂ ਕੁਐਸਚਨ ਹੈਗਾ ਏ ਇੱਥੇ ਲਿਖਿਆ ਹੋਇਆ ਵਰਡ ਐਗਜ਼ਾਮਿਨ, ਇਹ ਚੀਜ਼ ਨੂੰ ਥੋੜਾ ਇੱਥੇ ਸਕਿਪ ਹੋ ਗਿਆ ਜੀ, ਇੱਥੇ ਵਰਡ ਆਪਾਂ ਐਡ ਕਰਾਂਗੇ। ਆਪਾਂ ਨੇ ਐਗਜ਼ਾਮਿਨ ਕਰਨਾ ਹੈਗਾ ਏ 2 ਗਵਰਨੈਂਸ ਇਨੀਸ਼ੀਏਟਿਵ। ਕਿਹੜੇ ਗਵਰਨੈਂਸ? ਈ ਗਵਰਨੈਂਸ ਇਨੀਸ਼ੀਏਟਿਵ ਦੀ ਗੱਲ ਹੋ ਰਹੀ ਹੈ। that have significantly enhanced transparency and efficiency in the government services। government services ਦੇ ਵਿੱਚ ठीक है गवर्नमेंट सर्विसेज ਦੇ ਵਿੱਚੋਂ ਗੱਲ ਕਰ ਰਿਹਾ ਹੈਗਾ ट्रांसपेरेंसी एंड एफिशिएंसी ਨੂੰ ठीक है इनहैंस करना विद किस दे नाल ई गवर्नेंस इनीशिएटिव दे नाल। और ਉਹਦੇ विद रिस्पैक्ट ਉਹਨੇ 2 इस तरीके ਦੇ मेजर इनीशिएटिव ने ਜਿਹੜੇ ਉਹਨਾਂ ਦੇ ਉੱਪਰ ਚਰਚਾ ਕਰਨ ਬਾਰੇ ਹੈ ਜਿਹੜੀ ਗੱਲ ਹੈ ਉਹ ਕੀਤੀ ਹੋਈ ਹੈਗੀ ਹੈ। ਤਾਂ ਕੁਐਸਚਨ ਇੱਥੇ ਲਿਖਿਆ ਨਹੀਂ ਹੋਇਆ 100 ਵਰਡਸ ਇਹ ਕੁਐਸਚਨ ਹੈਗਾ ਹੈ ਔਰ ਬੇਸਿਕਲੀ ਇਹ 10 ਮਾਰਕਰ ਕੁਐਸਚਨ ਹੈਗਾ ਹੈ, ਮਤਲਬ ਸੌਰੀ 10 ਮਾਰਕਸ ਕੁਐਸਚਨ ਹੈਗਾ ਹੈ, 10 ਨੰਬਰ ਦਾ ਇਹ ਕੁਐਸਚਨ ਹੈ ਤੇ ਇੱਕ ਸ਼ੀਟ ਦੇ ਵਿੱਚ ਆਪਾਂ ਇਸ ਨੂੰ ਕਨਕਲੂਡ ਹੈ ਜਿਹੜਾ ਕਰਾਂਗੇ। ਤਾਂ ਹੁਣ ਜਿੱਦਾਂ ਈ ਗਵਰਨੈਂਸ ਇਨੀਸ਼ੀਏਟਿਵ ਦੀ ਗੱਲ ਕੀਤੀ ਹੈਗੀ ਹੈ ਤਾਂ ਆਪਾਂ ਸਟਾਰਟਿੰਗ ਈ ਗਵਰਨੈਂਸ ਤੋਂ ਕਰਾਂਗੇ ਕਿ ਵਟ ਇਜ਼ ਈ ਗਵਰਨੈਂਸ। ਤਾਂ ਗਵਰਨੈਂਸ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਗਵਰਨੈਂਸ ਕੀ ਹੁੰਦਾ ਹੈ ਔਰ ਈ ਦਾ ਮਤਲਬ ਅੱਗੇ ਕੀ ਹੈਗਾ ਇਲੈਕਟ੍ਰੋਨਿਕ। ਮਤਲਬ ਆਪਾਂ ਨੇ ਗਵਰਨੈਂਸ ਕਿਸ ਤਰੀਕੇ ਦੇ ਨਾਲ ਕਰਨੀ ਹੈਗੀ ਹੈ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਗਵਰਨੈਂਸ ਕਰਨੀ ਹੈਗੀ ਹੈ। ਤਾਂ ਮਤਲਬ ਗਵਰਨੈਂਸ ਦੇ ਵਿੱਚ ਆਪਾਂ ਕਿਹੜਾ ਸੈਕਟਰ ਲੈ ਕੇ ਆ ਰਹੇ ਆ ਆਪਾਂ IT ਫੀਲਡ ਨੂੰ ਯੂਜ਼ ਕਰਕੇ ਕੀ ਕਰਾਂਗੇ ਆਪਣੀ ਗਵਰਨੈਂਸ ਨੂੰ ਇੰਪਰੂਵ ਕਰਾਂਗੇ। ਠੀਕ ਹੈ ਜੀ ਉਹ ਚੀਜ਼ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ। ਔਰ ਇਹ ਗਵਰਨੈਂਸ ਦਾ ਇਹ ਇਨੀਸ਼ੀਏਟਿਵ ਲੈ ਕੇ ਆਪਾਂ ਕਿੱਦਾਂ ਟਰਾਂਸਪੇਰੈਂਸੀ ਐਂਡ ਐਫੀਸ਼ੀਐਂਸੀ ਹੈ ਜਿਹੜੀ ਉਹ ਵਧਾ ਸਕਦੇ ਆ ਇਹਦੇ ਵਿਦ ਰਿਸਪੈਕਟ ਆਪਾਂ ਨੇ ਗੱਲ ਹੈ ਜਿਹੜੀ ਕਰਨੀ ਹੈਗੀ ਆ। ਤਾਂ ਦੇਖੋ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਈ ਗਵਰਨੈਂਸ ਦਾ ਮੀਨਿੰਗ ਕੀ ਹੈਗਾ ਕਿਉਂਕਿ ਵਰਡ ਈ ਹੈਗਾ ਆਪਾਂ ਬੇਸਿਕ ਦੱਸਾਂਗੇ ਕਿ ਇਲੈਕਟ੍ਰੋਨਿਕ ਗਵਰਨੈਂਸ ਦੀ ਗੱਲ ਹੈ ਜਿਹੜੀ ਉਹ ਕੀਤੀ ਹੋਈ ਹੈ ਜਿਹਦੇ ਵਿੱਚ ਕੀ ਕਰੇਗਾ ਇਟ ਯੂਜ਼ਸ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਮਤਲਬ IT ਟੈਕਨੋਲੋਜੀ ਨੂੰ ਆਪਾਂ ਯੂਜ਼ ਕਰਾਂਗੇ ਉਹਦੇ ਵਿੱਚ ਕੀ ਆ ਜਾਏਗਾ ਇੰਟਰਨੈਟ ਆ ਜਾਏਗਾ ਆਪਣੇ ਮੋਬਾਈਲਸ ਆ ਜਾਣਗੇ ਐਟ ਵੇਰੀਅਸ ਲੈਵਲ ਆਫ गवर्नमेंट फॉर द परपस ऑफ इनहैंसिंग गवर्नेंस। मतलब की है गवर्नेंस ਨੂੰ ਇਨਹੈਂਸ ਕਰਨਾ विद द हेल्प ऑफ IT। बेसिक डेफिनेशन हैगी है कि दी ई गवर्नेंस ਦੀ। मतलब ई गवर्नेंस ਆਪਾਂ ਇਹ ਵੀ ਕਹਿ ਸਕਦੇ ਆਪਾਂ ਸਮਾਰਟ ਗਵਰਨੈਂਸ ਵਾਲੀ ਸਾਈਡ ਕੀ ਕਰ ਰਹੇ ਆ ਮੂਵ ਹੈ ਜਿਹੜਾ ਉਹ ਕਰ ਰਹੇ ਹੈਗੇ ਆ। ई गवर्नेंस हेल्प किद्दां करेगी देखो प्रमोट करेगी आइडियोलॉजी ऑफ मिनिमम गवर्नमेंट एंड मैक्सिमम गवर्नेंस। ਤਾਂ ਹੁਣ ਇਹ ਮੋਦੀ ਜੀ ਦਾ ਇੱਕ ਬਹੁਤ ਇੰਪੋਰਟੈਂਟ ਇਹ ਕਹਿ ਲਓ ਕਿ ਕੋਟ ਹੈਗਾ ਜਿਹੜਾ ਯੂਜ਼ ਕਰਦੇ ਨੇ ਉਹ ਸਲੋਗਨ ਕਹਿ ਲਓ। ਤਾਂ ਮਤਲਬ ਇਸ ਦੇ ਨਾਲ ਹੀ ਆਪਾਂ ਨੇ ਇਹ ਚੀਜ਼ ਹੈ ਜਿਹੜੀ ਫੁੱਲਫਿਲ ਕਰਨੀ ਹੈ ਜਾਂ ਜਿਹੜੀ ਇਹ ਆਈਡੀਓਲੋਜੀ ਹੈਗੀ ਹੈ ਗਵਰਨਮੈਂਟ ਦੀ ਇਸ ਦੇ ਉੱਪਰ ਹੀ ਚੱਲਦਾ ਹੈਗਾ ਕਿ ਗਵਰਨਮੈਂਟ ਹੈ ਜਿਹੜੀ ਮਿਨੀਮਮ ਹੋਵੇ ਬਟ ਗਵਰਨੈਂਸ ਕੀ ਹੋਵੇ ਉਹ ਮੈਕਸਿਮਮ ਹੈ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਆ। ਐਜ਼ ਇਟ ਇਨਹੈਂਸ ਉਹਦੇ ਨਾਲ ਕੀ ਹੋਏਗਾ ਟਰਾਂਸਪੇਰੈਂਸੀ ਇਨਕਰੀਜ਼ ਹੋਏਗੀ ਐਫੀਸ਼ੀਐਂਸੀ ਆਪਣੇ ਸਿਸਟਮ ਦੇ ਵਿੱਚ ਕੀ ਹੋਏਗੀ ਇਨਕਰੀਜ਼ ਹੈ ਜਿਹੜੀ ਉਹ ਹੋਏਗੀ। ਕਲੀਅਰ? ਅੱਛਾ ਹੁਣ ਦੇਖੋ ਇਸ ਚੀਜ਼ ਨੂੰ ਕਰਨ ਦੇ ਲਈ ਇਹ ਈ ਗਵਰਨੈਂਸ ਨੂੰ ਯੂਜ਼ ਕਰਕੇ ਆਪਾਂ ਟਰਾਂਸਪੇਰੈਂਸੀ ਐਂਡ ਐਫੀਸ਼ੀਐਂਸੀ ਕਿਵੇਂ ਵਧਾ ਸਕਦੇ ਹੈਗੇ ਆ। ਤਾਂ ਉਹਦੇ ਲਈ ਬੇਸਿਕਲੀ 2 ਸਰਵਿਸਿਜ਼ ਐਕਸਪਲੇਨ ਕਰਨ ਦੇ ਲਈ 2 ਐਗਜ਼ਾਮਪਲਸ ਆਪਾਂ ਨੂੰ ਐਕਸਪਲੇਨ ਕਰਨ ਦੇ ਲਈ ਕਿਹਾ ਹੈਗਾ। ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਇੱਕ ਐਗਜ਼ਾਮਪਲ ਆਪਾਂ ਨੇ ਲਈ ਹੈਗੀ ਹੈ ਈ ਨੈਮ ਪੋਰਟਲ। ਈ ਨੈਮ ਪੋਰਟਲ ਤੁਹਾਨੂੰ ਸਭ ਨੂੰ ਪਤਾ ਹੋਊਗਾ ਈ ਦਾ ਮਤਲਬ ਇਲੈਕਟ੍ਰੋਨਿਕ, ਨੈਮ ਦਾ ਮਤਲਬ ਹੈਗਾ ਨੈਸ਼ਨਲ ਐਗਰੀਕਲਚਰ ਮਾਰਕੀਟ। ਇਹਦੇ ਨਾਮ ਤੋਂ ਹੀ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿ ਇਹ ਬੇਸਿਕਲੀ ਨੈਸ਼ਨਲ ਜਿਹੜੀ ਆਪਣੀ ਨੈਸ਼ਨਲ ਲੈਵਲ ਤੇ ਆਪਣੀ ਜਿਹੜੀ ਐਗਰੀਕਲਚਰ ਮਾਰਕੀਟ ਹੈ ਉਸ ਨੂੰ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਕੀ ਕੀਤਾ ਗਿਆ ਸੀਗਾ ਕਨਵਰਟ ਕੀਤਾ ਗਿਆ ਸੀ। ਇਹ ਬਹੁਤ ਇੰਪੋਰਟੈਂਟ ਇਹ ਕਹਿ ਲਓ ਕਿ ਟੌਪਿਕ ਹੈਗਾ ਵਿਦ ਰਿਸਪੈਕਟ ਟੂ ਐਗਰੀਕਲਚਰ। ਹੁਣ ਜੇ ਈ ਨੈਮ ਪੋਰਟਲ ਦੀ ਗੱਲ ਕਰੀਏ ਤਾਂ ਈ ਨੈਮ ਪੋਰਟਲ ਨੂੰ ਆਪਾਂ ਨੇ ਵਿਦ ਰਿਸਪੈਕਟ ਜੋੜਨਾ ਹੈਗਾ ਆਪਣੀ ਟਰਾਂਸਪੇਰੈਂਸੀ ਐਂਡ ਆਪਣੀ ਐਫੀਸ਼ੀਐਂਸੀ ਦੇ ਨਾਲ। ਤਾਂ ਹੁਣ ਉਹ ਕਿਵੇਂ ਜੋੜਾਂਗੇ ਤਾਂ ਉਸ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਈ ਨੈਮ ਪੋਰਟਲ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਈ ਨੈਮ ਪੋਰਟਲ ਹੈਗਾ ਕੀ ਸੀ। ਇਹਦੇ ਨਾਮ ਤੋਂ ਕਲੀਅਰ ਹੁੰਦਾ ਹੈ। ਤਾਂ ਆਪਾਂ ਦੇਖਦੇ ਹਾਂ ਅੱਗੇ ਕੀ ਕਹਿ ਰਹੇ ਆ। ਇਹ ਪੋਰਟਲ ਬੇਸਿਕਲੀ ਲਾਂਚ ਕੀਤਾ ਗਿਆ ਸੀਗਾ ऑल इंडिया ਲੈਵਲ ਦੇ ਉੱਪਰ। ਠੀਕ ਹੈ ਕਿਉਂਕਿ ਨੈਸ਼ਨਲ ਲੈਵਲ ਤੇ ਇਹ ਪੋਰਟਲ ਹੈਗਾ ऑल इंडिया ਲੈਵਲ ਤੇ ਇਹ ਪੋਰਟਲ ਹੈ ਜਿਹੜਾ ਲਾਂਚ ਕੀਤਾ ਗਿਆ ਸੀਗਾ ਕਾਦੇ ਲਈ ਐਗਰੀਕਲਚਰ ट्रेड प्रमोटिंग बेस्ट डिस्कवरी ऑफ प्राइस एंड रेम्यूनरेटिव रिटर्न्स। पोर्टल की करेगा इनहैंस करेगा ट्रांसपेरेंसी थ्रू एक्सेस टू मार्केट इंफॉर्मेशन रिगार्डिंग क्वालिटी एंड क्वांटिटी ऑफ प्रोडक्ट।
ठीक है जी। अगे देखो की कहंदा, इन द मार्केट प्रिवेलिंग प्राइसेस थस टेक इनफॉर्म डिसीजन अबाउट सैलिंग एंड और स्टोरिंग देयर प्रोड्यूस एलिमिनेट मिडलमैन। हुण देखो ये बारे थोड़ा आप चर्चा करते हैं, तुसीं अपनी वर्डिंग भी बहुत सारिया चीज़ां जिहड़ियां लिख सकते है हो। जिहड़ा नैशनल एग्रीकल्चर मार्केट पोर्टल हैगा बेसिकली एक मार्केट नूं ई फॉर्म दे विच उन्हां ने कन्वर्ट कर दिता हैगा। हुण इस ई फॉर्म वाली मार्केट दे विच बेसिकली की होएगा कि कोई भी पूरे नैशनल लैवल के उपर कोई भी जिहड़ा परसन हैगा ਉਹ डायरैक्ट अपनी किसी भी जगह तो बैठ के अपनी जिहड़ी चीज़ है वह इस पोर्टल के उपर पा सकता हैगा और उत्थों किस देख के किसी दूसरे स्टेट का परसन की कर सकता है, इसनूं परचेज कर सकता हैगा। तो उहदे नाल बेसिकली की होएगा, इहदे विच आपां ने मैंशन कीता है कि मिडल मैन की हो गया, एलिमीनेट हो गया। कित्थे पहलां की करदे सीगे लोग, बेसिकली मंडियां दे विच जांदे सीगे, उत्थे आड़त कोल मतलब अपनी जिहड़ी जो भी उन्हां दा प्रोडक्शन हैगी उहनूं दिंदे सीगे, ओह फरदर फिर उन्हां दा पैसा मिलदा सी, विच ओह पैसे बनांदा सी। तां एक तरीके नाल जे मिडल मैन एलिमीनेट होएगा तो उहदे नाल बेसिकली की होएगी, ट्रांसपेरेंसी आएगी। ठीक है, तो एक तो ये चीज़ होगी। अच्छा, इस तो बिना हुण देखो, इस तो बिना आपां नूं की मिलेगा, डिस्कवरी ऑफ बैटर प्राइसिस। आपां नूं बेस्ट प्राइसिस दे उपर चीज़ां दे लिए एक प्लेटफॉर्म मिल गया हैगा। आपां नूं पता है, आपां किसी भी स्टेट तो बैठ के देख सकते हैं कि हाँ जी इत्थे इस रेट दे विच की है जी, अपने पास इस प्राइस के उपर ये चीज़ पई हैगी आ। आपां क्वालिटी नूं भी कंपेयर करांगे। हुण जे इस ई लैवल के उपर, सॉरी नैशनल लैवल के उपर ये ई मार्केट बनी हुई है, तो कॉम्पीटिशन भी अच्छे लैवल का होएगा और क्वालिटी जिहदे नाल की होएगा, क्वालिटी इनक्रीज होएगी। जे क्वालिटी इनक्रीज होएगी तो ऑबवियसली जिहड़ा अपना सिस्टम हैगा गवर्नेंस का, उहदे विच की इनक्रीज होएगी, अपनी एफिशिएंसी है जिहड़ी वो इनक्रीज होएगी। इस तरीके दे नाल तुसी ई नैम पोर्टल नूं यूज है जिहड़ा कर सकते हैगे हो। देखो इस तो बिना तुसी होर इहदे विच पॉइंट्स बना के लिख सकते हैगे हो कि लाइक बैटर क्वालिटी प्राइसिस इत्थे आपां नूं मिलणगे। ठीक है, क्वालिटी बैटर होएगी, ट्रांसपेरेंसी होएगी, इहदे नाल किदां एफिशिएंसी है जिहड़ी ओह वधेगी। तां ऐदां सारे की कर सकते हो तुसी, पॉइंट्स वाइज भी इसनूं की कर सकते हो, एक्सप्लेन है जिहड़ा ओह कर सकते हैगे हो। क्लीयर। अच्छा, हुण आपां अगे देखते हैं इस पोर्टल के बारे होर कुछ गल्लां की लिखियां होईयां ने। कहंदा इन टर्म्स ऑफ एफिशिएंसी दिस पोर्टल streamlined trading process through digitalization, reduce cost, physical presence। देखो physical presence in the market, saving time and money expended, market reach। हुण देखो की होंदा है, फॉर एग्जाम्पल कोई पर्सन है या कोई फार्मर हैगा जिसने अपनी प्रोडक्शन है जिहड़ी किसी ये कह लो कि मंडी दे विच जाके सेल करनी हैगी है, तां पहलां वो अपने घर तो उहनूं उस सारी प्रोडक्शन नूं लैके कित्थे जांदा सी, मंडी दे विच जांदा सी, राइट। तां उहदे लिए उहनूं ट्रांसपोर्टेशन कोस्ट भी बीयर करनी पैंदी सीगी, तां उहदा टाइम भी काफ़ी की हुंदा सीगा, खर्च हुंदा सीगा। तां इहदे नाल बेसिकली की होया हैगा, एक तां प्रेजेंस, फिजिकल प्रेजेंस दा कंसैप्ट है जिहड़ा खत्म हो गया हैगा, टाइम भी सेव हो गया हैगा एंड मनी एक्सपेंडेड, मार्केट रीच, और अपनी जिहड़ी मार्केट है उहदी जिहड़ी रीच है ओह वध गई हैगी है। तां उहदे नाल भी की होया, बेसिकली एफिशिएंसी है जिहड़ी ओह वधी हैगी है किहदे विच, अपनी गवर्नेंस दे विच। क्लीयर। तां इस तरीके दे नाल तुसीं इसनूं समझा सकदे हैगे हो कि जिहड़ा ये पोर्टल हैगा है इसने किवें गवर्नेंस दे विच एक स्मार्ट मूव का काम है जिहड़ा वो कीता हैगा। ये सारियां चीज़ां नूं तुसीं एक्सप्लेन करना हैगा। अच्छा, जिहड़ा भी तुसीं चीज़ एक्सप्लेन करदे हैगे हो, देखो क्वेश्चन अपना गल आई हैगी है कि ट्रांसपेरेंसी एंड एफिशिएंसी नूं किवें इंप्रूव किया जा सकदा है, किवें बैटर किया जा सकदा। तो जिहड़ा भी पॉइंट तुसीं इत्थे मैंशन कर रहे हैगे हो उहनूं तुसीं हर वार कनैक्ट करोगे कि ये चीज़ दे नाल साडी ऐदां करके ट्रांसपेरेंसी वधेगी, ये चीज़ दे नाल ऐदां करके साडी एफिशिएंसी है जिहड़ी गवर्नेंस दे विच इंप्रूव है जिहड़ी ओह होएगी। क्लीयर। तो इस तरीके दे नाल तुसीं ई नैम पोर्टल नूं की कर सकते हैगे हो, मतलब लिख सकते हैगे हो, इनू पॉइंट्स बना के भी लिख सकते हैं, कुछ डायग्राम अगर तुसीं बना सकते हैगे हो, फ्लो चार्ट बनाना हैगा, फॉर एग्जाम्पल कोई टाइम घट हैगा अपने पास ऐदां दे क्वेश्चन नूं लिख के, तो तुसीं इत्थे फ्लो चार्ट दे विच इहदे कंपोनेंट बना के दस सकते हो और हल्का फुल्का उसनूं एक्सप्लेन है जिहड़ा कर सकते हैगे हो। क्लीयर। चलो, तो आपां नूं दो जिहड़े ई गवर्नेंस इनीशिएटिव दे बारे गल कीती सी, तां आपां ने फर्स्ट वन कंप्लीट कर लिया हैगा। हुण आपां गल करते हैं सैकेंड वन। तो सैकेंड वन डिजी लॉकर, डिगी कह लो या डिजी लॉकर बेसिकली हैगा है। तो डिजी लॉकर सबनों पता होगा, ये की हैगा, अपनी जिहड़ी डॉकूमेंट्स हैगे ने उन्हां नूं ई फॉर्म दे विच कन्वर्ट करना है ना, भी मतलब डॉकूमेंट आपां फिजिकली हत्थ दे विच चक के रखना या किते दिखाना अपने लिए काफ़ी ज़्यादा की होगा, वो मुश्किल होएगा। तो डिजी लॉकर एक बहुत इंपॉर्टेंट हैगा जिहदे नाल अपनी गवर्नेंस दे विच होर भी ज़्यादा बैटर की होएगी, बनेगी। हुण आपां देखदे हां इहदे विच की लिखिया होया, जिहड़ा डिजी लॉकर हैगा प्रोवाइड सेंट्रलाइज्ड असैस, देखो सेंट्रलाइज असैस प्रोवाइड करेगा। ठीक है जी, किसनूं, टू डॉकूमेंट्स, जिहदे नाल की होएगा, प्रमोट ऑथेंटिसिटी एंड इंटीग्रिटी
of the verification process in the service delivery, showing travel documents process save time and effort, leading to increased efficiency. DigiLocker maintains a digital footprint of transaction. ਹੁਣ ਇਹਦੇ ਨਾਲ ਕੀ ਹੋਇਆ, digital footprint of transaction ਦੀ ਵੀ ਗੱਲ ਕੀਤੀ ਹੋਈ ਹੈ, and document assess which can potentially enhance transparency by providing an audit trail of the document uses. ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਨਾਲ ਬੇਸਿਕਲੀ ਡਿਜੀਲੌਕਰ ਦੇ ਨਾਲ ਕੀ ਹੋਏਗਾ, ਤੁਸੀਂ ਜਿੱਥੋਂ ਮਰਜ਼ੀ ਬੈਠ ਕੇ ਆਪਣੇ ਡਾਕੂਮੈਂਟ ਹੈ ਜਿਹੜੇ ਕੀ ਕਰ ਸਕਦੇ ਹੋ, ਅਸੈਸ ਕਰ ਸਕਦੇ ਹੋ, ਜਿੱਦਾਂ ਇਹਦੇ ਵਿੱਚ ਲਿਖਿਆ ਹੈ, ਜਿਹਦੇ ਨਾਲ ਪ੍ਰਮੋਟ ਕੀ ਹੋਏਗੀ, ਅਥੈਂਟਿਸਿਟੀ, ਠੀਕ ਹੈ ਜੀ। ਔਰ ਇਸ ਤੋਂ ਬਿਨਾ ਹੋਰ ਕੀ ਹੈ, ਸਰਵਿਸ ਡਿਲੀਵਰੀ ਦੇ ਵਿੱਚ ਕਾਫੀ ਜ਼ਿਆਦਾ ਈਜ਼ੀ ਰਹੇਗਾ, ਸ਼ੋਇੰਗ ਟਰੈਵਲਿੰਗ ਡਾਕੂਮੈਂਟ ਆਪਾਂ ਦਿਖਾ ਸਕਦੇ ਹਾਂ, ਪ੍ਰੋਸੈਸ save time save ਹੋਏਗਾ, and effort loading to increase efficiency। ਫਿਰ efficiency ਦੀ ਗੱਲ ਆ ਗਈ, DigiLocker maintain digital footprint of transaction, ਠੀਕ ਹੈ, ਆਪਣੇ ਪਾਸ digitally record ਵੀ ਹੋ ਜਾਏਗਾ, and document assess which can potentially enhance ਕਰੇਗਾ ਕਿਸ ਨੂੰ, ਆਪਣੀ transparency ਨੂੰ। ਅਗੇਨ ਆਪਾਂ ਘੁੰਮ ਕੇ ਕੀ ਆ ਗਏ, ਉਸੇ ਜਗ੍ਹਾ ਤੇ ਆ ਗਏ transparency, ਜਿਹਦੇ ਨਾਲ ਇਹ ਕੀ ਹੋਏਗਾ, ਬੇਸਿਕਲੀ DigiLocker ਦੇ ਨਾਲ ਜਿਹੜੀਆਂ ਮਿਲਣ ਵਾਲੀਆਂ ਸਰਵਿਸਿਜ਼ ਨੇ। ਦੇਖੋ DigiLocker ਦੇ ਨਾਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਅਕੋਰਡਿੰਗ ਐਕਸਪਲੇਨ ਕਰ ਸਕਦੇ ਹੈਗੇ ਹੋ ਕਿ ਡਿਜੀਲੌਕਰ ਦੇ ਨਾਲ ਸਾਨੂੰ ਇਹ ਜ਼ਿਆਦਾ ਮਤਲਬ ਇਹ ਚੀਜ਼ ਫੈਸਿਲਿਟੀ ਹੋ ਰਹੀ ਹੈ, ਇਹਦੇ ਵਿੱਚ ਪ੍ਰਮੋਟ ਕਰੇਗਾ। ਬਸ ਤੁਸੀਂ ਉਸ ਚੀਜ਼ ਨੂੰ ਕਨੈਕਟ ਕਿਸ ਦੇ ਨਾਲ ਕਰਨਾ ਹੈਗਾ, ਟਰਾਂਸਪੇਰੈਂਸੀ ਦੇ ਨਾਲ ਕਨੈਕਟ ਕਰਨਾ ਹੈਗਾ, ਔਰ ਆਪਣੀ ਐਫੀਸ਼ੀਐਂਸੀ ਦੇ ਨਾਲ ਕਨੈਕਟ ਹੈ ਜਿਹੜਾ ਕਰਨਾ ਹੈਗਾ। although both the e-governance initiative are promoting transparency। ਹੁਣ ਦੇਖੋ ਜਦੋਂ ਆਪਾਂ ਨੇ ਦੋਨਾਂ ਦੇ ਬਾਰੇ ਥੋੜਾ ਬਹੁਤਾ ਲਿਖ ਦਿੱਤਾ ਹੈਗਾ, ਤਾਂ ਹੁਣ ਦੇਖੋ ਕਿਉਂਕਿ ਐਗਜ਼ਾਮਿਨ ਕਰਨ ਨੂੰ ਕਿਹਾ ਸੀਗਾ, ਤਾਂ ਆਪਾਂ ਦੋਨੋਂ ਐਸਪੈਕਟ ਲੈ ਕੇ ਚੱਲਾਂਗੇ, ਚਾਹੇ ਉਹ ਪੋਜ਼ਿਟਿਵ ਹੈਗਾ ਚਾਹੇ ਉਹ ਨੈਗੇਟਿਵ ਹੈਗਾ। ਕਹਿੰਦਾ ਨੋ ਡਾਊਟ ਕਿ ਦੋਨੋਂ ਜਿਹੜੇ ਈ ਗਵਰਨੈਂਸ ਇਨੀਸ਼ੀਏਟਿਵ ਸੀਗੇ ਆਰ ਪ੍ਰਮੋਟਿੰਗ ਟਰਾਂਸਪੇਰੈਂਸੀ ਕਰ ਰਹੇ ਨੇ ਔਰ ਐਫੀਸ਼ੀਐਂਸੀ ਵਧਾ ਰਹੇ ਨੇ ਇਨ ਸਰਵਿਸ ਡਿਲੀਵਰੀ, ਬਟ देयर आर ਸਮ ਚੈਲੰਜਸ, ਪਰ ਕੁਝ ਚੈਲੰਜਸ ਵੀ ਨੇ। ਹੁਣ ਜਿਹੜੀ ਟੈਕਨੋਲੋਜੀ ਆਪਾਂ ਯੂਜ਼ ਕਰ ਰਹੇ ਹੈਗੇ ਆ, ਆਈਟੀ ਯੂਜ਼ ਕਰ ਰਹੇ ਹੈਗੇ ਆ, ਓਬਵੀਅਸਲੀ ਉਹਦੇ ਕੁਝ ਪ੍ਰੋਸ ਵੀ ਹੈਗੇ ਨੇ, ਉਹਦੇ ਕੁਝ ਕੌਨਸ ਵੀ ਹੈਗੇ ਨੇ। ਤਾਂ ਲਾਈਕ ਲੈਂਗੁਏਜ ਪ੍ਰੋਬਲਮ, ਹੁਣ ਗੱਲ ਇਹ ਹੈਗੀ ਹੈ ਕਿ ਜਿਹੜੀ ਆਈਟੀ ਟੈਕਨੋਲੋਜੀ ਹੈਗੀ ਉਹ ਸਿਰਫ ਔਰ ਸਿਰਫ ਐਜੂਕੇਟਡ ਲੋਕ ਹੀ ਯੂਜ਼ ਕਰ ਸਕਦੇ ਨੇ, ਜਿਨ੍ਹਾਂ ਨੂੰ ਉਹ ਚੀਜ਼ ਆਂਦੀ ਹੈਗੀ ਹੈ। ਤਾਂ ਇੱਕ ਸਿੰਗਲ ਲੈਂਗੁਏਜ ਦੇ ਵਿੱਚ ਉਹ ਜਿਹੜੀ ਟੈਕਨੋਲੋਜੀ ਯੂਜ਼ ਹੁੰਦੀ ਹੈਗੀ ਤਾਂ ਬਹੁਤ ਸਾਰੇ ਇੰਡੀਅਨ ਪੋਪੂਲੇਸ਼ਨ ਐਦਾਂ ਦੀ ਹੈਗੀ ਹੈ ਜਿਨ੍ਹਾਂ ਨੂੰ ਇਹ ਲੈਂਗੁਏਜ ਹੈ ਜਿਹੜੀ ਨਹੀਂ ਆਂਦੀ ਹੈਗੀ। ਤਾਂ ਮਤਲਬ ਲੈਂਗੁਏਜ ਇਹ ਬੇਸਿਕਲੀ ਇੱਥੇ ਕੀ ਆ ਗਈ, ਇੱਕ ਪ੍ਰੋਬਲਮ ਆ ਗਈ। ਇਸ ਤੋਂ ਬਿਨਾਂ ਅਵੇਲੇਬਿਲਿਟੀ ਆਫ ਇੰਟਰਨੈਟ, ਤਾਂ ਇੰਡੀਆ ਦੇ ਵਿੱਚ ਹਜੇ ਵੀ ਐਦਾਂ ਦਾ ਕੁਝ ਏਰੀਆ ਹੈਗਾ ਜਿੱਥੇ ਇੰਟਰਨੈਟ ਦੀ ਅਵੇਲੇਬਿਲਿਟੀ ਹੈ ਜਿਹੜੀ ਉਹ ਨਹੀਂ ਹੈਗੀ। ਤਾਂ ਅਗਰ ਆਪਾਂ ਡਿਜੀਲੌਕਰ ਕਹਿ ਰਹੇ ਹਾਂ ਕਿ ਸਰਵਿਸਿਜ਼ ਗਵਰਨੈਂਸ ਨੂੰ ਇੰਪਰੂਵ ਕਰੇਗੀ, ਪਰ ਇਹ ਉਹਨਾਂ ਲੋਕਾਂ ਤੱਕ ਨਹੀਂ ਪਹੁੰਚ ਪਾਏਗੀ ਜਿੱਥੇ ਇੰਟਰਨੈਟ ਦੀ ਸੁਵਿਧਾ ਹਜੇ ਅਵੇਲੇਬਲ ਹੈ ਜਿਹੜੀ ਉਹ ਨਹੀਂ ਹੈਗੀ ਹੈ। ਅੱਛਾ, ਬਟ देयर आर सम, ਇਹ ਆਪਣੇ ਦੇਖ ਲਿਆ, ਐਂਡ ਦਾ ਹਾਰਡਵੇਅਰ ਲਾਈਕ ਮੋਬਾਈਲ, ਔਰ ਕਈ ਇਦਾਂ ਦੇ ਵੀ ਲੋਕ ਹੈਗੇ ਨੇ ਜਿਹੜੇ ਮੋਬਾਈਲ ਹੈ, ਜਿਹੜੇ ਸਮਾਰਟਫੋਨ ਨੇ, ਜਿਹੜੇ ਨਹੀਂ ਯੂਜ਼ ਕਰਦੇ। ਇਸ ਤੋਂ ਬਿਨਾ ਹੁਣ ਕਿਉਂਕਿ ਆਪਾਂ ਆਈਟੀ ਫੀਲਡ ਦੇ ਵਿੱਚ ਐਂਟਰ ਕਰ ਰਹੇ ਹਾਂ, ਠੀਕ ਹੈ, ਗਵਰਨੈਂਸ ਨੂੰ ਨਾਲ ਜੋੜ ਰਹੇ ਹੈਗੇ ਆ, ਤਾਂ ਉੱਥੇ ਸਾਈਬਰ ਕ੍ਰਾਈਮਸ ਇਨਕਰੀਜ਼ ਹੋਣ ਦੇ ਵੀ ਚਾਂਸਸ ਨੇ। ਤਾਂ ਤੁਸੀਂ ਰਿਪੋਰਟ, ਰੀਸੈਂਟ ਰਿਪੋਰਟ ਵੀ ਪੜ੍ਹਦੇ ਹੋਗੇ ਜਿਹਦੇ ਵਿੱਚ ਕੀ ਹੋਇਆ, ਇੰਡੀਆ ਦੇ ਵਿੱਚ ਸਾਈਬਰ ਕ੍ਰਾਈਮ ਨੇ ਜਿਹੜੇ ਉਹ ਇਨਕਰੀਜ਼ ਹੋਏ ਹੈਗੇ ਨੇ। ਗਵਰਨਮੈਂਟ ਸ਼ੁੱਡ ਐਡਰੈਸ, ਹੁਣ ਦੇਖੋ ਇਹ ਤਾਂ ਸਾਰੇ ਆਪਣੇ ਪਾਸ ਚੈਲੰਜਸ ਹੈਗੇ ਨੇ, ਤਾਂ ਗਵਰਨਮੈਂਟ ਨੂੰ ਬੇਸਿਕਲੀ ਇਹਨਾਂ ਸਾਰੇ ਚੈਲੰਜਸ ਨੂੰ ਕੀ ਕਰਨਾ ਪਏਗਾ, ਐਡਰੈਸ ਕਰਨਾ ਪਏਗਾ ਬਾਈ ਇਨਹੈਂਸਿੰਗ ਮਲਟੀਲਿੰਗੁਅਲ ਐਪਸ, ਠੀਕ ਹੈ, ਮਤਲਬ ਜਿਹੜੀ ਐਪ ਬਣਾਉਣੀਆਂ ਹੈਗੀਆਂ ਨੇ ਉਹ ਮਲਟੀਲਿੰਗੁਅਲ ਹੋਣੀਆਂ ਚਾਹੀਦੀਆਂ ਨੇ, ਐਦਾਂ ਦੀ ਭਾਸ਼ਾ ਜਿਹੜੀ ਕਿ ਸਾਰੇ ਲੋਕਾਂ ਨੂੰ ਕੀ ਆ ਜਾਵੇ, ਸਮਝ ਆ ਜਾਵੇ, ਰਾਈਟ। ਡਿਜੀਟਲ ਐਜੂਕੇਸ਼ਨ, ਲੋਕਾਂ ਨੂੰ ਡਿਜੀਟਲੀ ਅਵੇਅਰ ਕਰਨਾ ਪੜੇਗਾ, ਠੀਕ ਹੈ। ਡਿਫਰੈਂਟ ਟਾਈਪ ਆਫ ਪ੍ਰੋਗਰਾਮ ਸਰਕਾਰ ਚਲਾ ਸਕਦੀ ਹੈਗੀ ਜਿਹਦੇ ਨਾਲ ਲੋਕਾਂ ਦੇ ਵਿੱਚ ਡਿਜੀਟਲੀ ਕੀ ਹੋਵੇ, ਅਵੇਅਰਨੈਸ ਹੈ ਜਿਹੜੀ ਉਹ ਵਧੇ। ਇਸ ਤੋਂ ਬਿਨਾਂ ਫ੍ਰੀ ਆਫ ਕੋਸਟ ਇੰਟਰਨੈਟ ਹੈ ਜਿਹੜੀ ਸਰਕਾਰ ਨੂੰ ਇਦਾਂ ਦੀ ਸੁਵਿਧਾ ਪ੍ਰੋਵਾਈਡ ਕਰਨੀ ਪਏਗੀ ਜਿੱਥੇ ਬਿਲਕੁਲ ਫ੍ਰੀ ਆਫ ਕੋਸਟ ਹੈ, ਕੋਈ ਪਰਸਨ ਇੰਟਰਨੈਟ ਅਫੋਰਡ ਕਰ ਸਕਦਾ, ਕੋਈ ਪਰਸਨ ਨਹੀਂ ਕਰ ਸਕਦਾ ਹੈਗਾ। ਤਾਂ ਗਵਰਨਮੈਂਟ ਅਗਰ ਈ ਗਵਰਨੈਂਸ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈਗੀ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ ਜਿਹੜੀ ਕਿ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈਗੀ ਹੈ ਟੂ ਮੇਕ ਦਾ ਸਰਵਿਸ ਅਵੇਲੇਬਲ ਟੂ ਦਾ ਲਾਸਟ ਮਾਈਲ ਆਫ ਦਾ ਕੰਟਰੀ। ਮਤਲਬ ਕੰਟਰੀ ਦੇ ਹਰ ਹਿੱਸੇ ਤੱਕ, ਹਰ ਕੋਨੇ ਤੱਕ ਇਹ ਸਰਵਿਸਿਜ਼ ਪਹੁੰਚਣ, ਤਾਂ ਉਸ ਦੇ ਲਈ ਸਰਕਾਰ ਨੂੰ ਐਕਸਟਰਾ ਕਾਫੀ ਸਾਰੇ ਜਿਹੜੇ ਐਫਰਟਸ ਨੇ ਉਹ ਲਗਾਉਣੇ ਪੈਣਗੇ, ਜਿਹਦੇ ਬਾਰੇ ਆਪਾਂ ਨੇ ਕੀ ਕਰ ਲਿਆ, ਇੱਥੇ ਡਿਸਕਸ ਹੈ ਜਿਹੜਾ ਕਰ ਲਿਆ ਹੈਗਾ। ਕਲੀਅਰ? ਤਾਂ ਇਹ ਆਪਣਾ ਕੁਐਸਚਨ ਸੀਗਾ। ਡਿਜੀਲੌਕਰ ਦੇ ਵਿੱਚ ਵੀ ਤੁਸੀਂ ਇੱਥੇ ਡਾਇਗਰਾਮ ਬਣਾ ਕੇ ਕਿ ਡਿਜੀਲੌਕਰ ਦੀਆਂ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਨੇ, ਇਹ ਕਿਵੇਂ ਆਪਣੀ ਟਰਾਂਸਪੇਰੈਂਸੀ ਨੂੰ ਔਰ ਕਿੱਦਾਂ ਆਪਣੀ ਐਫੀਸ਼ੀਐਂਸੀ ਨੂੰ ਕੀ ਕਰ ਰਿਹਾ ਹੈਗਾ, ਇੰਪਰੂਵ ਕਰ ਰਿਹਾ ਹੈਗਾ, ਉਹ ਚੀਜ਼ ਤੁਸੀਂ ਦੱਸ ਸਕਦੇ ਹੋ। ਇੱਥੇ ਵੀ ਤੁਸੀਂ ਫਲੋ ਚਾਰਟ ਹੈ ਜਿਹੜਾ ਯੂਜ਼ ਹੈ ਜਿਹੜਾ ਕਰ ਸਕਦੇ ਹੋ। ਫਾਈਨਲੀ ਕਿਉਂਕਿ ਆਪਾਂ ਨੇ ਕੁਐਸਚਨ ਨੂੰ ਐਗਜ਼ਾਮਿਨ ਕਰਨਾ ਸੀਗਾ, ਤਾਂ ਆਪਾਂ ਉਹਦੇ ਨਾਲ ਵਿਦ ਰਿਸਪੈਕਟ ਆਂਦੇ ਕਿਹੜੇ-ਕਿਹੜੇ ਚੈਲੰਜਸ ਸੀਗੇ ਉਹਨਾਂ ਨੂੰ ਵੀ ਕੀ ਕਰਾਂਗੇ, ਕਨਕਲੂਡ ਹੈ ਜਿਹੜੇ ਕਰਾਂਗੇ। ਠੀਕ ਹੈ ਜੀ, ਤਾਂ ਇਹ ਸੀਗਾ ਆਪਣਾ ਅੱਜ ਦਾ 4th ਕੁਐਸਚਨ। ਠੀਕ ਹੈ ਜੀ, ਤਾਂ ਮਿਲਾਂਗੇ ਜੀ ਫਿਰ ਆਪਾਂ ਆਪਣੇ ਨੈਕਸਟ ਕੁਐਸਚਨ ਨਾਲ। ਓਕੇ ਜੀ, ਥੈਂਕ ਯੂ।